ਰਾਣਾ ਰਣਵੀਰ ਜੀ ਦੀ ਕਿਤਾਬ ਜ਼ਿੰਦਗੀ ਜ਼ਿੰਦਾਬਾਦ। ਜਿਸ ਕੋਲ ਸ਼ਬਦ ਹਨ ਉਹ ਮਨੁੱਖ ਹੈ, ਜਿਸ ਕੋਲ ਸ਼ਬਦਾਂ ਲਈ ਸਤਿਕਾਰ ਹੈ ਉਹ ਮਨੁੱਖਤਾ ਦੇ ਹੱਕ ਵਿੱਚ ਹੈ। ਜਿਸ ਨੂੰ ਸ਼ਬਦ ਘੜਨੇ ਅਤੇ ਜੜਨੇ ਆਉਂਦੇ ਹਨ ਉਹ ਲੇਖਕ ਹੈ, ਕਲਾਕਾਰ ਹੈ। ਜੋ ਸ਼ਬਦਾਂ ਨੂੰ ਪੜ੍ਹ ਲੈਂਦਾ ਹੈ, ਸਮਝ ਲੈਂਦਾ ਹੈ, ਉਹ ਪਾਠਕ ਹੁੰਦਾ ਹੈ। ਪਾਠਕ ਹੋਣਾ ਪ੍ਰਾਪਤੀ ਹੈ। ਸਹੀ ਬੋਲ, ਸੁਥਰੇ ਸ਼ਬਦ ਅਤੇ ਸਪਸ਼ਟ ਬਾਣੀ ਮਨੁੱਖ ਵਿੱਚ ਪਰਿਵਰਤਨ ਲੈ ਕੇ ਆਉਂਦੇ ਹਨ। ਜੋ ਮਨੁੱਖ ਇਹਨਾਂ ਤੋਂ ਟੁੱਟ ਜਾਂਦਾ ਹੈ ਉਸ ਕੋਲ ਨਾ ਤਰਕ ਰਹਿੰਦਾ ਹੈ ਅਤੇ ਨਾ ਆਤਮ ਵਿਸ਼ਵਾਸ। ਤਰਕ ਅਤੇ ਆਤਮ ਵਿਸ਼ਵਾਸ ਤੋਂ ਬਿਨਾਂ ਪਰਿਵਰਤਨ ਸੰਭਵ ਨਹੀਂ। ਬੋਲਾਂ ਨੂੰ ਸੁਣ ਕੇ ਅਤੇ ਸ਼ਬਦਾਂ ਨੂੰ ਪੜ੍ਹ ਕੇ ਹੀ ਮਨੁੱਖੀ ਜੀਵਨ ਵਿੱਚ ਹੈਰਾਨ ਕਰ ਦੇਣ ਵਾਲੇ ਪਰਿਵਰਤਨ ਆਏ ਹਨ। ਕਬੀਰ ਜੀ ਦੇ ਬੋਲ ਸ਼ਬਦ ਬਣ ਜਦ ਬਾਣੀ ਵਿੱਚ ਸਮਾਏ ਤਾਂ ਹਨੇਰੇ ਵਿੱਚ ਭਟਕਦੇ ਅਨੇਕਾਂ ਲੋਕਾਂ ਨੂੰ ਰੌਸ਼ਨੀ ਮਿਲੀ। ਅੱਜ ਵੀ ਮਿਲ ਰਹੀ ਹੈ ਅਤੇ ਮਿਲਦੀ ਰਹੇਗੀ, ਪਰ ਉਹਨਾਂ ਨੂੰ ਜੋ ਸ਼ਬਦ ਨੂੰ ਸਮਝਣਗੇ, ਅਪਣਾਉਣਗੇ ਅਤੇ ਫੈਲਾਉਣਗੇ। ਕਬੀਰ ਜੀ ਕਹਿੰਦੇ ਹਨ, ਏਕ ਨੂਰ ਸੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਗੁਰੂ ਨਾਨਕ ਦੇਵ ਜੀ ਨੇ ਜਾਗਰਿਤ ਹੋਣ ਦਾ ਹੋਕਾ ਦਿੰਦਿਆਂ ਸਾਨੂੰ ਬੋਲ, ਸ਼ਬਦ, ਬਾਣੀ ਦੀ ਮਹੱਤਤਾ ਬਾਰੇ ਗਿਆਨ ਦਿੱਤਾ। ਬਾਣੀ ਦੁਆਰਾ ਸਾਨੂੰ ਜਾਗਰਿਤ ਕੀਤਾ। ਧਰਤੀ, ਪਾਤਾਲ, ਆਕਾਸ਼, ਕੁਦਰਤ ਅਤੇ ਮਨੁੱਖਤਾ ਬਾਰੇ ਤਰਕ ਨਾਲ ਗਿਆਨ ਦਿੱਤਾ। ਇਹ ਗਿਆਨ ਹੀ ਅਨਪੜ੍ਹਾਂ, ਪਖੰਡੀਆਂ, ਵਹਿਮੀਆਂ ਅਤੇ ਹੰਕਾਰੇ ਹੋਇਆਂ ਵਿੱਚ ਪਰਿਵਰਤਨ ਲੈ ਕੇ ਆਇਆ। ਏਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਭੈ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ। ਸ਼ਬਦ ਦੀ ਤਾਕਤ ਦੀ ਬਦੌਲਤ ਹੀ ਗੁਰੂ ਨਾਨਕ ਜੀ ਦੇ ਵਿਚਾਰ ਦੀ ਪਾਠਸ਼ਾਲਾ ਦਾ ਫੈਲਾਅ ਹੁੰਦਾ ਹੈ। ਗੁਰੂ ਰਾਮਦਾਸ ਜੀ ਸਾਨੂੰ ਬਾਣੀ ਦੀ ਮਹੱਤਤਾ ਬਾਰੇ ਦੱਸਦੇ ਹੋਏ ਕਹਿੰਦੇ ਹਨ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰੂ, ਅਧਿਆਪਕ, ਉਸਤਾਦ, ਸ਼ਬਦਾਂ ਅਤੇ ਬੋਲਾਂ ਬਿਨਾਂ ਪਰਿਵਰਤਨ ਸੰਭਵ ਨਹੀਂ ਹੈ। ਇਸੇ ਲਈ ਸਾਨੂੰ ਕ੍ਰਿਸ਼ਨ, ਹਜ਼ਰਤ ਮੁਹੰਮਦ, ਕਬੀਰ, ਨਾਨਕ, ਗੀਤਾ, ਕੁਰਾਨ, ਗ੍ਰੰਥ, ਪੁਰਾਣ ਮਿਲੇ ਹਨ। ਪਰਿਵਰਤਨ ਨੇ ਹੀ ਭਾਸ਼ਾ ਹੋਂਦ ਵਿੱਚ ਲਿਆਂਦੀ ਹੈ। ਪਰਿਵਰਤਨ ਨਾ ਹੁੰਦਾ ਤਾਂ ਲਿਪੀਆਂ ਨਾ ਹੁੰਦੀਆਂ। ਬੋਲ, ਸ਼ਬਦ, ਬਾਣੀ ਦੀ ਸ਼ਕਤੀ ਨੂੰ ਪਹਿਚਾਣਿਆ ਗੁਰੂਆਂ, ਭਗਤਾਂ, ਕਵੀਆਂ, ਕਹਾਣੀਕਾਰਾਂ, ਕਿੱਸੇਕਾਰਾਂ ਨੇ ਅਤੇ ਭੰਡ, ਗਵੱਈਏ, ਪ੍ਰਚਾਰਕਾਂ, ਕਵੀਸ਼ਰਾਂ ਨੇ। ਸ਼ਬਦ ਅਤੇ ਸਾਹਿਤ ਨੇ ਸੰਸਾਰ ਵਿੱਚ ਅਸੰਭਵ ਪਰਿਵਰਤਨ ਲੈ ਕੇ ਆਉਣ ਵਿੱਚ ਅਹਿਮ ਭੂਮਿਕਾ ਨਿਭਾਈ। ਸਾਹਿਤ ਨੇ ਹੀ ਧਰਤੀ ਉੱਤੇ ਅਲੱਗ-ਅਲੱਗ ਥਾਵਾਂ 'ਤੇ ਰਹਿੰਦੇ ਮਨੁੱਖਾਂ ਤੱਕ ਦੂਜੇ ਮਨੁੱਖਾਂ ਦੀਆਂ ਕਥਾ, ਕਹਾਣੀਆਂ, ਰਹਿਣ-ਸਹਿਣ ਅਤੇ ਗਿਆਨ ਅਗਿਆਨ ਨੂੰ ਪਹੁੰਚਦਾ ਕੀਤਾ। ਕਿਤਾਬ ਦੀ ਤਾਕਤ ਨੇ ਹੀ ਮਨੁੱਖ ਨੂੰ ਨਵੇਂ ਰਾਹਾਂ ਉੱਤੇ ਤੁਰਨ ਦਾ ਹੌਸਲਾ ਦਿੱਤਾ। ਜਿਸ ਮਨੁੱਖ ਦੀ ਜ਼ਿੰਦਗੀ ਵਿੱਚ ਕਿਤਾਬਾਂ ਆ ਜਾਂਦੀਆਂ ਹਨ ਉਹ ਆਪ ਵੀ ਤਬਦੀਲ ਹੋ ਜਾਂਦਾ ਹੈ ਅਤੇ ਹੋਰਾਂ ਵਿੱਚ ਵੀ ਪਰਿਵਰਤਨ ਲੈ ਕੇ ਆਉਂਦਾ ਹੈ। ਜੇ ਬੋਲ, ਸ਼ਬਦ ਆਪਣਾ ਸਥਾਈ ਅਸਰ ਰੱਖਦੇ ਹਨ ਤਾਂ ਹੀ ਤਾਂ ਸ਼੍ਰੀ ਕ੍ਰਿਸ਼ਨ ਯੁੱਧ ਦੇ ਮੈਦਾਨ ਵਿੱਚ ਅਰਜੁਨ ਨੂੰ ਗੀਤਾ ਦਾ ਉਪਦੇਸ਼ ਦਿੰਦੇ ਹਨ। ਜੇ ਲਿਖਿਆ ਹੋਇਆ ਮਹੱਤਵਪੂਰਨ ਨਾ ਹੁੰਦਾ ਤਾਂ ਗੁਰੂ ਨਾਨਕ ਦੇਵ ਜੀ 4 ਉਦਾਸੀਆਂ ਦੌਰਾਨ ਭਗਤਾਂ ਦੀ ਬਾਣੀ ਇਕੱਠੀ ਨਾ ਕਰਦੇ। ਲਿਖਤ ਅਤੇ ਲੇਖਕ ਲੋਕਾਂ ਦੇ ਮਨਾਂ ਉੱਤੇ ਸਿੱਧਾ ਅਸਰ ਕਰਦੇ ਹਨ। ਤਾਂ ਹੀ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਦਰਬਾਰ ਵਿੱਚ 52 ਕਵੀਆਂ ਨੂੰ ਸਤਿਕਾਰਯੋਗ ਸਥਾਨ ਦਿੱਤਾ ਸੀ। ਯੁੱਗ ਬਦਲਣ ਵਾਲੇ ਅਤੇ ਹੱਕ ਸੱਚ ਦੇ ਰਾਖੇ ਵਰਕਿਆਂ ਉੱਤੇ ਉਕਰੇ ਸ਼ਬਦਾਂ ਦੀ ਕੀਮਤ ਤੋਂ ਭਲੀ ਭਾਂਤ ਵਾਕਫ ਰਹੇ ਹਨ ਅਤੇ ਰਹਿਣਗੇ। ਕਰਤਾਰ ਸਿੰਘ ਸਰਾਭਾ ਦੀ ਕਵਿਤਾ ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ, ਗੱਲਾਂ ਕਰਨੀਆਂ ਢੇਲ ਸਿਖਾਲੀਆਂ ਨੇ ਅੱਜ ਵੀ ਉਹੀ ਅਸਰ ਨਾਲ ਜੋਸ਼ ਭਰਦੀ ਹੈ ਜਿਵੇਂ ਆਜ਼ਾਦੀ ਦੀ ਲੜਾਈ ਵੇਲੇ ਭਰਦੀ ਸੀ। ਕਿਤਾਬਾਂ ਭਗਤ ਸਿੰਘ ਦੀ ਜ਼ਿੰਦਗੀ ਵਿੱਚ ਪਰਿਵਰਤਨ ਲੈ ਆਈਆਂ। ਆਜ਼ਾਦੀ ਦੀ ਲੜਾਈ ਵਿੱਚ ਸ਼ਹੀਦ ਭਗਤ ਸਿੰਘ ਇੱਕ ਵੱਡਾ ਪਰਿਵਰਤਨ ਲੈ ਕੇ ਆਏ। ਭਗਤ ਸਿੰਘ ਆਪਣੇ ਇੱਕ ਲੇਖ ਸਾਹਿਤ ਅਤੇ ਲੋਕ ਚੇਤਨਾ ਵਿੱਚ ਲਿਖਦੇ ਹਨ, ਇਹ ਤਾਂ ਪੱਕੀ ਗੱਲ ਹੈ ਕਿ ਸਾਹਿਤ ਬਿਨਾਂ ਕੋਈ ਦੇਸ਼ ਅਤੇ ਜਾਤੀ ਉੱਨਤੀ ਨਹੀਂ ਕਰ ਸਕਦੀ। ਜਿਹੜੇ ਲੋਕ ਪਰਿਵਰਤਨ ਨਹੀਂ ਚਾਹੁੰਦੇ ਉਹ ਜਿਉਣ ਦਾ ਚਾਅ ਨਹੀਂ ਰੱਖਦੇ। ਪਰਿਵਰਤਨ ਤੋਂ ਭੱਜਣ ਵਾਲੇ ਮਨੁੱਖ ਕੁਦਰਤ ਨਾਲ ਰੁੱਸੇ ਹੋਏ ਹੁੰਦੇ ਹਨ। ਧੀ ਪੁੱਤ ਮਨੁੱਖ ਦੀ ਜ਼ਿੰਦਗੀ ਵਿੱਚ ਵੱਡਾ ਪਰਿਵਰਤਨ ਲੈ ਕੇ ਆਉਂਦੇ ਹਨ। ਕਿਤਾਬਾਂ ਨਾਲ ਜੁੜਨ ਵਾਲੇ ਧੀ ਪੁੱਤ ਸਮਾਜ ਵਿੱਚ ਪਰਿਵਰਤਨ ਲੈ ਕੇ ਆਉਂਦੇ ਹਨ। ਧੀ ਪਰਿਵਰਤਨ ਨੂੰ ਜਲਦੀ ਸਵੀਕਾਰ ਕਰ ਲੈਂਦੀ ਹੈ, ਇਸੇ ਲਈ ਧੀ ਪਰਿਵਰਤਨ ਲਈ ਪ੍ਰੇਰਨਾ ਬਣਦੀ ਹੈ। ਧੀ ਨੂੰ ਕਤਲ ਕਰਨ ਵਾਲੇ ਪਰਿਵਰਤਨ ਤੋਂ ਡਰਦੇ ਹਨ। ਪਰਿਵਰਤਨ ਨੂੰ ਸਵੀਕਾਰ ਕਰਨ ਵਾਲੇ ਲੋਕ ਸਲਾਹੇ ਜਾਂਦੇ ਹਨ। ਪਰਿਵਰਤਨ ਲਿਆਉਣ ਵਾਲੇ ਹੀ ਮਹਾਨ ਬਣਦੇ ਹਨ। ਪਰਿਵਰਤਨ ਦੇ ਰਾਹ ਪੈਣ ਵਾਲੇ ਲੋਕ ਖੁਸ਼ੀ ਦੇ ਡੇਰੇ 'ਤੇ ਪਹੁੰਚ ਕੇ ਧਮਾਲਾਂ ਪਾਉਂਦੇ ਹਨ। ਧਮਾਲਾਂ ਪਾਉਣ ਲਈ ਸੋਚ ਨੂੰ ਚਾਹ ਦੇ ਖੰਭ ਲਾਉਣੇ ਜ਼ਰੂਰੀ ਹਨ।
ਸੋਚ ਵਿੱਚ ਪਰਿਵਰਤਨ ਨਾ ਆਉਂਦਾ ਤਾਂ ਅਸੀਂ ਅੱਜ ਵੀ ਜੰਗਲਾਂ ਵਿੱਚ ਹੁੰਦੇ। ਸੋਚ ਵਿੱਚ ਪਰਿਵਰਤਨ ਨਾ ਆਉਂਦਾ ਤਾਂ ਭਾਰਤ ਆਜ਼ਾਦ ਨਾ ਹੁੰਦਾ। ਪਰਿਵਰਤਨ ਨੇ ਹੀ ਸਕੂਲ ਕਾਲਜ ਹੋਂਦ ਵਿੱਚ ਲਿਆਂਦੇ ਹਨ। ਅੱਜ ਵੀ ਪਰਿਵਰਤਨ ਦੀ ਲੋੜ ਹੈ। ਪਰਿਵਰਤਨ ਹਰ ਵਕਤ ਦੀ ਜ਼ਰੂਰਤ ਹੈ ਟਾਈਮ ਪਰਿਵਰਤਨ ਲਈ। ਤੁਸੀਂ ਚਾਹੁੰਦੇ ਹੋ ਪਰਿਵਰਤਨ ਆਪਣੇ ਆਲੇ ਦੁਆਲੇ ਵਿੱਚ ਟੈਨਸ਼ਨ ਦਿੰਦਾ ਹੈ ਨਾ ਆਲਾ ਦੁਆਲਾ, ਓਕੇ, ਟੈਨਸ਼ਨ ਨਾ ਲਿਆ ਕਰੋ, ਨਾ ਹੀ ਟੈਨਸ਼ਨ ਦਿਆ ਕਰੋ, ਕਿਉਂਕਿ ਦੋਵੇਂ ਪਾਸੇ ਮਿਲਣਾ ਕੁਝ ਨਹੀਂ, ਗਵਾ ਬਹੁਤ ਕੁਝ ਸਕਦੇ ਹੋ। ਆਪਾਂ ਗਵਾਉਣਾ ਨਹੀਂ, ਪਾਉਣਾ ਹੈ, ਉਹ ਵੀ ਪਿਆਰ ਨਾਲ, ਨਿਸ਼ਚੈ ਨਾਲ, ਠੀਕ ਰਹਿ ਕੇ, ਮਸਤੀ ਵਿੱਚ। ਦਰਅਸਲ ਜੇ ਤੁਸੀਂ ਪਰਿਵਰਤਨ ਚਾਹੁੰਦੇ ਹੋ ਆਲੇ ਦੁਆਲੇ ਵਿੱਚ, ਉਹਦੇ ਲਈ ਖੁਦ ਵਿੱਚ ਪਹਿਲਾਂ ਪਰਿਵਰਤਨ ਲਿਆਉਣਾ ਪੈਣਾ ਹੈ ਅਤੇ ਖੁਦ ਨੂੰ ਚੰਗੇ ਵਿਚਾਰਾਂ ਨਾਲ ਜੋੜਨਾ ਹੀ ਸਭ ਤੋਂ ਜ਼ਰੂਰੀ ਹੈ। ਹਰ ਬੰਦਾ ਚਾਹੁੰਦਾ ਹੈ ਕਿ ਉਸਦੇ ਕਿਰਦਾਰ ਦੀ ਚੰਗੀ ਗੱਲ ਕੀਤੀ ਜਾਵੇ। ਕੌਣ ਨਹੀਂ ਚਾਹੁੰਦਾ ਕਿ ਉਸਦੇ ਕਿਰਦਾਰ ਦੀ ਸੋਹਣੀ ਮਿਸਾਲ ਨਾ ਦਿੱਤੀ ਜਾਵੇ। ਅਸੀਂ ਸਭ ਚਾਹੁੰਦੇ ਹਾਂ ਕਿ ਹਰ ਇੱਕ ਬੰਦੇ ਦਾ ਕਿਰਦਾਰ ਕੁਦਰਤ ਅਤੇ ਮਨੁੱਖ ਦੇ ਹੱਕ ਵਿੱਚ ਹੋਵੇ। ਇਹ ਹੋਵੇ ਕਿਵੇਂ? ਕਮਜ਼ੋਰ ਹੋਣਾ ਕੋਈ ਪਸੰਦ ਨਹੀਂ ਕਰਦਾ। ਤਾਕਤਵਰ ਹੋਣਾ ਸਭ ਦੀ ਰੀਝ ਹੁੰਦੀ ਹੈ ਅਤੇ ਹੋਣੀ ਵੀ ਚਾਹੀਦੀ ਹੈ। ਮਨੁੱਖਤਾ ਵਿਰੋਧੀ ਅਤੇ ਕੁਦਰਤ ਵਿਰੋਧੀ ਤਾਕਤਾਂ ਨੂੰ ਚੰਗਾ ਅਤੇ ਸੋਹਣਾ ਸੋਚਣ ਵਾਲੇ ਕਦੇ ਵੀ ਪਸੰਦ ਨਹੀਂ ਕਰਦੇ। ਤੁਹਾਡਾ ਅਤੇ ਮੇਰਾ ਸਾਂਝਾ ਸ਼ਿਕਵਾ ਹੈ ਕਿ ਸਿਆਸੀ ਤਾਕਤ ਵਾਲੇ ਆਮ ਜਨਤਾ ਦਾ ਦਰਦ ਨਹੀਂ ਪਹਿਚਾਣਦੇ। ਅੱਜ ਬਹੁਤੀਆਂ ਪਰਿਸਥਿਤੀਆਂ ਉੱਤੇ ਅਸੀਂ ਖੁਦ ਨੂੰ ਕਮਜ਼ੋਰ ਮਹਿਸੂਸ ਕਰਦੇ ਹਾਂ। ਸਭ ਮਨੁੱਖ ਬਰਾਬਰ ਹਨ। ਬਰਾਬਰਤਾ ਦਾ ਅਧਿਕਾਰ ਦਿਓ। ਉਹ ਮੇਰੇ ਬਰਾਬਰ ਦਾ ਨਹੀਂ, ਅਸੀਂ ਉਹਦੇ ਬਰਾਬਰ ਹੋ ਹੀ ਨਹੀਂ ਸਕਦੇ। ਉਹਦੇ ਬਰਾਬਰ ਕੋਈ ਨਹੀਂ ਖੜ ਸਕਦਾ। ਬਰਾਬਰਤਾ ਵਰਗੀ ਰੀਸ ਨਹੀਂ। ਬਰਾਬਰਤਾ ਹੀ ਸਹੀ ਜੀਵਨ ਦੀ ਨੀਂਹ ਰੱਖਦੀ ਹੈ। ਇਹ ਗੱਲਾਂ ਅਸੀਂ ਅਕਸਰ ਕਰਦੇ ਵੀ ਹਾਂ ਅਤੇ ਸੁਣਦੇ ਵੀ ਹਾਂ। ਕਿਰਦਾਰ, ਤਾਕਤ ਅਤੇ ਬਰਾਬਰਤਾ ਦੀ ਘਾਟ ਹੀ ਸਾਨੂੰ ਬੇਚੈਨ ਕਰਦੀ ਹੈ। ਇਹ ਬੇਚੈਨ ਕਰਨ ਵਾਲੇ ਸ਼ਬਦ ਹੀ ਰਾਹ ਦਿਖਾ ਰਹੇ ਹਨ। ਇਹ ਸ਼ਬਦ ਹੀ ਸਕੂਨ ਦੀ ਪੌੜੀ ਬਣ ਸਕਦੇ ਹਨ। ਕਿਵੇਂ? ਕਿਰਦਾਰ ਵਿੱਚੋਂ ਕੱਕੇ ਨੂੰ ਸਿਹਾਰੀ ਲੈ ਲਵੋ, ਤਾਕਤ ਦਾ ਤੱਤੇ ਨੂੰ ਕੰਨਾ ਲੈ ਲਵੋ, ਬਰਾਬਰਤਾ ਵਿੱਚੋਂ ਬੱਬਾ ਲੈ ਲੈਂਦੇ ਹਾਂ। ਅਸੀਂ ਲੈ ਲਿਆ ਹੈ ਕੀ, ਤਾ, ਬੱਬਾ, ਇਹਨਾਂ ਨੂੰ ਜੋੜ ਦਿੰਦੇ ਹਾਂ। ਇਕੱਲੇ ਇਕੱਲੇ ਰਹਿਣ ਨਾਲ ਕੁਝ ਨਹੀਂ ਹੁੰਦਾ, ਕਿਉਂਕਿ ਇਕੱਠੇ ਹੋਣਾ ਅਤੇ ਇਕੱਠੇ ਕਰਨਾ ਹੀ ਸਾਡਾ ਮਕਸਦ ਹੋਣਾ ਚਾਹੀਦਾ ਹੈ। ਕੀ ਪਲੱਸ ਤਾ ਪਲੱਸ ਬੱਬਾ ਇਕੁਅਲ ਟੂ ਕਿਤਾਬ। ਖੁਸ਼ੀ, ਹੌਸਲਾ, ਮੰਜ਼ਿਲ, ਕਿਰਦਾਰ, ਤਾਕਤ, ਬਰਾਬਰਤਾ, ਸਕੂਨ, ਮਿੱਤਰਤਾ ਹਾਸਲ ਕਰਨ ਦਾ ਮੰਤਰ ਹੈ ਕਿਤਾਬ। ਕਿਤਾਬਾਂ ਦਾ ਇਹ ਮੰਤਰ ਛੋਟਿਆਂ ਵੱਡਿਆਂ ਸਭ ਲਈ ਜ਼ਰੂਰੀ ਹੈ। ਇਹ ਦੱਸੋ, ਤੁਸੀਂ ਕਿਤਾਬਾਂ ਪੜ੍ਹਦੇ ਹੋ? ਪੜ੍ਹੇ ਹੋਏ ਉੱਪਰ ਅਮਲ ਕਰਦੇ ਹੋ? ਜੇ ਪੜ੍ਹਦੇ ਹੋ ਤਾਂ ਕਿਸੇ ਹੋਰ ਨੂੰ ਪੜ੍ਹਨ ਲਈ ਪ੍ਰੇਰਦੇ ਹੋ? ਜੇ ਨਹੀਂ ਪੜ੍ਹਦੇ ਤਾਂ ਕਿਉਂ? ਮੈਂ ਵੀ ਕਦੇ ਕਿਤਾਬਾਂ ਨਹੀਂ ਪੜ੍ਹਦਾ ਸੀ। ਇੱਕ ਵਕਤ ਸੀ ਮੇਰੇ ਲਈ ਪੜ੍ਹਨਾ ਸਿਰਫ ਜਮਾਤ ਪਾਸ ਕਰਕੇ ਡਿਗਰੀ ਹਾਸਲ ਕਰਨਾ ਸੀ। ਜਿਵੇਂ ਕਿ ਅੱਜ ਵੀ ਬਹੁਤਿਆਂ ਤੋਂ ਜ਼ਿਆਦਾ ਨੂੰ ਐਵੇਂ ਹੀ ਲੱਗਦਾ ਹੈ। ਮੈਂ ਵੀ ਸੋਚਦਾ ਹੁੰਦਾ ਸੀ ਕਿ ਪੜ੍ਹਨ ਦੀ ਇੱਕ ਨਿਸ਼ਚਿਤ ਉਮਰ ਹੁੰਦੀ ਹੈ। ਸਾਹਿਤ ਜਾਂ ਲਿਟਰੇਚਰ ਕਿਸ ਸ਼ੈ ਦਾ ਨਾਮ ਹੈ, ਇਹ ਹਮਕੋ ਨਾ ਪਤਾ ਥਾ ਭਾਈ। ਸਾਹਿਤ ਪੜ੍ਹਨ ਬਾਰੇ ਨਾ ਕਦੇ ਕਿਸੇ ਨੇ ਦੱਸਿਆ ਸੀ, ਨਾ ਹੀ ਮੈਂ ਕਦੇ ਸੋਚਿਆ ਸੀ। ਹੁਣ ਅੱਜ ਦੇ ਵਕਤ ਵਿੱਚ ਮੈਂ ਕਿਤਾਬ ਬਿਨਾਂ ਨਹੀਂ ਰਹਿ ਸਕਦਾ। ਮੈਨੂੰ ਨਿੱਤ ਨਵੀਂ ਕਿਤਾਬ ਚਾਹੀਦੀ ਹੈ। ਪੜ੍ਹਨ ਲਈ ਵਕਤ ਚਾਹੀਦਾ ਹੈ। ਇਹ ਇੱਕ ਪੁਰਾਣਾ, ਪ੍ਰਚਲਿਤ ਅਤੇ ਆਲਸੀ ਲੋਕਾਂ ਦਾ ਬਹਾਨਾ ਹੈ। ਮੈਂ TV ਵੀ ਵੇਖਦਾ ਹਾਂ, ਸਿਨੇਮਾ ਵੀ ਜਾਂਦਾ ਹਾਂ, ਲਿਖਦਾ ਵੀ ਹਾਂ, ਆਪਣੇ ਕੰਮ ਵੀ ਕਰਦਾ ਹਾਂ, ਬੱਚਿਆਂ ਨਾਲ ਵੀ ਖੇਡਦਾ ਹਾਂ, ਮਸਤੀ ਵੀ ਕਰਦਾ ਹਾਂ। ਸ਼ੂਟਿੰਗ, ਲਿਖਣਾ, ਲੈਕਚਰ, ਮਿਲਣਾ, ਸੌਣਾ ਸਭ ਚੱਲਦਾ ਹੈ। ਫਿਰ ਵੀ ਵਕਤ ਬਚ ਜਾਂਦਾ ਹੈ। ਬੱਚੇ ਵਕਤ ਵਿੱਚ ਪੜ੍ਹਦਾ ਹਾਂ, ਵਕਤ ਕੱਢ ਕੇ ਪੜ੍ਹਦਾ ਹਾਂ, ਮਿੱਥ ਕੇ ਪੜ੍ਹਦਾ ਹਾਂ। ਅੱਛਾ ਇਹ ਦੱਸੋ, ਕੀ ਤੁਸੀਂ ਇਹ ਅਗਲੀਆਂ ਗੱਲਾਂ ਕਹਿੰਦੇ ਕਰਦੇ ਹੋ? ਬਸ ਠੀਕ ਹੈ, ਗੁਜ਼ਰੀ ਜਾਂਦੀ ਹੈ, ਆਪਾਂ ਕੀ ਲੈਣਾ ਹੈ, ਇਹ ਸਭ ਤਾਂ ਹੁੰਦਾ ਹੀ ਰਹਿੰਦਾ ਹੈ, ਚੁੱਪ ਹੀ ਭਲੀ ਹੈ, ਰੱਬ ਸਭ ਦੇਖਦਾ ਹੈ, ਮੇਰੀ ਤਾਂ ਕਿਸਮਤ ਹੀ ਖਰਾਬ ਹੈ, ਮੈਨੂੰ ਲੋਕ ਸਮਝਦੇ ਹੀ ਨਹੀਂ, ਇਸ ਦੇਸ਼ ਦਾ ਕੁਝ ਨਹੀਂ ਹੋ ਸਕਦਾ, ਮੇਰੇ ਬਦਲ ਨਾਲ ਕੀ ਹੋ ਜੂ, ਉਹ ਰੱਬਾ ਕਰ ਕੋਈ ਚਮਤਕਾਰ। ਜਵਾਬ ਤਾਂ ਵੈਸੇ ਇਹਨਾਂ ਗੱਲਾਂ ਦਾ ਤੁਹਾਨੂੰ ਖੁਦ ਵੱਲੋਂ ਇਹ ਸਭ ਪੜ੍ਹਦੇ ਹੋਏ ਹੀ ਮਿਲ ਗਿਆ ਹੋਊ, ਪਰ ਫਿਰ ਵੀ ਸੋਚਿਓ। ਸੋਚ ਬਾਅਦ ਵਿੱਚ ਲੈਣਾ, ਪਹਿਲਾਂ ਆਪਾਂ ਗੱਲਾਂ ਕਰ ਲਈਏ। ਤੁਸੀਂ ਕਹੋਗੇ ਟਾਈਮ ਨਹੀਂ ਹੈਗਾ, ਛੱਡ ਪਰਾਂ, ਵੈਸੇ ਕੀ ਜ਼ਰੂਰੀ ਕੰਮ ਹੈ। ਚਲੋ ਜੇ ਸੱਚੀ ਹੀ ਜ਼ਿਆਦਾ ਬਿਜ਼ੀ ਹੋ ਤਾਂ ਭਾਈ ਇੱਥੇ ਹੀ ਵਰਕਾ ਮੋੜ ਕੇ ਰੱਖ ਦਿਓ। ਜਦੋਂ ਵੀ ਵਿਹਲੇ ਹੋਏ 1 ਮਿੰਟ ਬਾਅਦ, 1 ਘੰਟਾ ਬਾਅਦ, 1 ਦਿਨ ਬਾਅਦ
1 ਮਹੀਨਾ ਬਾਅਦ, 1 ਸਾਲ ਬਾਅਦ, ਜਦ ਵੀ ਵੇਲ ਮਿਲੀ ਫੇਰ ਸ਼ੁਰੂ ਕਰ ਦਿਓ। ਮੈਂ ਇੱਥੇ ਹੀ ਮਿਲੂੰਗਾ, ਕਿਉਂਕਿ ਮੈਂ ਹੁਣ ਗੱਲਬਾਤ ਲੈ ਕੇ ਵਰਕਿਆਂ ਵਿੱਚ ਹਾਂ, ਸਰੀਰਕ ਰੂਪ ਵਿੱਚ ਨਹੀਂ। ਸਰੀਰਕ ਰੂਪ ਹੁਣ ਸ਼ਬਦਾਂ ਦਾ ਹੈ ਅਤੇ ਸ਼ਬਦ ਕਦੇ ਨਹੀਂ ਮਰਦੇ। ਇਹੀ ਤਾਂ ਸ਼ਬਦਾਂ ਦੀ ਮੌਜ ਹੈ। ਸ਼ਬਦ ਤਾਂ ਕੋਰੇ ਵਰਕਿਆਂ ਦਾ ਰੂਪ ਬਦਲ ਦਿੰਦੇ ਹਨ। ਕੋਰੇ ਵਰਕਿਆਂ ਨੂੰ ਬਦਲਣ ਵਾਲੇ ਸ਼ਬਦ ਮਨੁੱਖ ਵਿੱਚ ਪਰਿਵਰਤਨ ਕਿਉਂ ਨਹੀਂ ਲੈ ਕੇ ਆ ਸਕਦੇ? ਕੋਰੇ ਵਰਕੇ ਉੱਤੇ ਸ਼ਬਦਾਂ ਦੀ ਰੌਣਕ ਲੱਗਦੀ ਹੈ। ਸੋਚ ਅਤੇ ਸ਼ਬਦਾਂ ਦੀ ਵਰਤੋਂ ਹੀ ਖਾਲੀ ਵਰਕੇ ਦਾ ਕਿਰਦਾਰ ਘੜਦੀ ਹੈ। ਭਗਵਾਨ, ਅੱਲਾ, ਗੌਡ, ਵਾਹਿਗੁਰੂ ਜਿਨ੍ਹਾਂ ਵਰਕਿਆਂ 'ਤੇ ਲਿਖਿਆ ਹੋਵੇ ਉਹ ਸਿਰਫ ਵਰਕੇ ਨਹੀਂ ਰਹਿੰਦੇ। ਪਿਆਰ ਲਿਖਣ ਨਾਲ ਵਰਕਾ ਸੁਨੱਖਾ ਲੱਗਦਾ ਹੈ। ਗਾਲ ਲਿਖਣ ਨਾਲ ਵਰਕਾ ਬਦਤਮੀਜ਼ ਅਤੇ ਬੇਅਕਲ ਹੋ ਜਾਂਦਾ ਹੈ। ਮੱਤ ਦਿੰਦੇ ਅਤੇ ਰਾਹ ਵਿਖਾਉਂਦੇ ਵਰਕੇ ਦੂਜਿਆਂ ਨਾਲ ਸਾਂਝੇ ਕੀਤੇ ਜਾਂਦੇ ਹਨ ਅਤੇ ਸਾਂਭੇ ਜਾਂਦੇ ਹਨ। ਅਸ਼ਲੀਲ ਸ਼ਬਦਾਂ ਵਾਲੇ ਵਰਕੇ ਚੋਰੀ ਪੜ੍ਹੇ ਜਾਂਦੇ ਹਨ ਅਤੇ ਲੁਕੋ ਕੇ ਰੱਖੇ ਜਾਂਦੇ ਹਨ। ਸ਼ਬਦ ਹੀ ਮਨੁੱਖ ਅਤੇ ਵਰਕਿਆਂ ਦਾ ਕਿਰਦਾਰ ਘੜਦੇ ਹਨ। ਜਿਸ ਵਕਤ ਤੁਹਾਨੂੰ ਵਕਤ ਮਿਲਿਆ ਮੇਰੇ ਸ਼ਬਦ ਪੜ੍ਹ ਲਿਓ। ਸ਼ਾਇਦ ਪੜ੍ਹ ਕੇ ਪਰਹੇਜ਼ ਕਰ ਲਵੋ ਕੁਝ ਗੱਲਾਂ ਤੋਂ ਅਤੇ ਕੁਝ ਕੁ ਦੀ ਆਦਤ ਪਾ ਲਵੋ। ਸੋਹਣਾ ਵਕਤ ਸਿਰਜ ਲਵੋ, ਪਰ ਕਦੋਂ? ਠਹਿਰ ਕੇ। ਕੀ ਤੁਹਾਨੂੰ ਆਉਣ ਵਾਲੇ ਵਕਤ ਬਾਰੇ ਪਤਾ ਹੈ? ਕੀ ਤੁਸੀਂ ਪੜ੍ਹੇ ਬਿਨਾਂ ਤਾਂ ਨਹੀਂ ਤੁਰ ਜਾਵੋਗੇ ਜਹਾਨ ਤੋਂ? ਸਿੱਧੀ ਵੱਜੀ ਨਾ ਦਿਮਾਗ ਵਿੱਚ ਮੇਰੀ ਆਹ ਗੱਲ? ਬੁਰਾ ਲੱਗਾ? ਅਟਪਟੀ ਲੱਗੀ? ਬਦਤਮੀਜ਼ੀ ਕੀਤੀ ਮੈਂ? ਸੌਰੀ, ਮਾਫ਼ ਕਰ ਦੇਣਾ। ਮੈਂ ਤਾਂ ਆਪ ਤੁਹਾਡੀ ਤੰਦਰੁਸਤੀ ਅਤੇ ਲੰਮੀ ਉਮਰ ਚਾਹੁੰਦਾ ਹਾਂ। ਮੈਂ ਸੱਚੀ ਹੀ ਚਾਹੁੰਦਾ ਹਾਂ ਕਿ ਤੁਹਾਡਾ ਵਕਤ ਬਰਬਾਦ ਨਾ ਹੋਵੇ। ਤਾਂ ਹੀ ਤਾਂ ਤੁਹਾਡੇ ਨਾਲ ਗੱਲਾਂ ਕਰਨ ਦਾ ਵਕਤ ਕੱਢਿਆ ਹੈ ਕਿ ਸਾਡੇ 'ਤੇ ਵਕਤ ਨਾ ਪਵੇ। ਦਰਅਸਲ ਗੱਲ ਇਹ ਹੈ ਕਿ ਮੈਂ ਚਾਹੁੰਦਾ ਹਾਂ ਸਭ ਦੇ ਅੰਦਰੋਂ ਇਹ ਮਿੱਠੀ ਮਿੱਠੀ ਆਵਾਜ਼ ਸੁਣਨ ਨੂੰ ਮਿਲੇ ਕਿ ਹੋ ਗਿਆ ਪਰਿਵਰਤਨ ਅਤੇ ਹੁਣ ਹੈ ਜ਼ਿੰਦਗੀ ਜ਼ਿੰਦਾਬਾਦ। ਬੇਬੇ ਬਾਪੂ ਵਿੱਚੋਂ, ਪੋਤੀ ਪੋਤੇ ਵਿੱਚੋਂ, ਪਤੀ ਪਤਨੀ ਵਿੱਚੋਂ ਵੀ, ਧੀ ਪੁੱਤ ਵਿੱਚੋਂ, ਮਿੱਤਰ ਸਹੇਲੀ ਵਿੱਚੋਂ ਸੁਣੇ ਇਹ ਆਵਾਜ਼। ਇਹਦੇ ਲਈ ਕਿਸੇ ਕਰਿਸ਼ਮੇ ਦੀ ਲੋੜ ਨਹੀਂ। ਇਹ ਕਰਿਸ਼ਮਾ ਆਪਾਂ ਆਪ ਹੀ ਕਰ ਸਕਦੇ ਹਾਂ।